ਕਿ ਇਹ ਜਿਹੜਾ ਪੰਜਾ ਚੱਲਿਆ ਸਰਕਾਰੀ ਪੰਜਾ ਉਹ ਜਿਹੜੇ ਬੂਥ ਸੀਗੇ ਉਹ ਢਾਏ ਗਏ, ਉਹ ਕੀ ਲੀਗਲ ਸੀ ਢਾਣਾ? ਇਹ ਇਹਨਾਂ ਨੇ ਇਹ ਕਿਹਾ ਕਿ ਜੀ ਕੁਝ ਕਹਿੰਦੇ ਕਿ ਜੀ ਆਪਾਂ ਐਪਲੀਕੇਸ਼ਨ ਦਿੱਤੀ ਹੋਈ ਹੈ ਤੇ ਮੈਂ ਕਦੋਂ ਕੋਈ ਵੀ ਬੰਦਾ ਮੇਰੇ ਦਫ਼ਤਰ ਵਿੱਚ ਆ ਕੇ ਐਪਲੀਕੇਸ਼ਨ ਦੇ ਸਕਦਾ ਹੈ। ਕਿਆ ਐਪਲੀਕੇਸ਼ਨ ਦੇ ਬੇਸਿਸ ਤੇ ਉਹ ਸਰਕਾਰੀ ਜ਼ਮੀਨ ਵਿੱਚ ਘੁਸ ਜਾਊਗਾ? ਮੰਨ ਲੈਂਦੇ ਵੀ ਸਾਰੀਆਂ ਗੈਰ ਕਾਨੂੰਨੀ ਸੀ, ਪਰ ਸਪੋਜ਼ ਕਿਸੇ ਕੋਲ ਕੋਈ ਰਿਟਨ ਦੇ ਵਿੱਚ ਹੋਵੇ ਕਿ ਤੁਹਾਨੂੰ ਆਹ ਜਗ੍ਹਾ ਅਲਾਟ ਕੀਤੀ ਗਈ ਹੈ, ਉਹਨੂੰ ਨਕਸ਼ਾ ਨਾ ਦੱਸਿਆ ਗਿਆ ਹੋਵੇ ਵੀ ਤੁਸੀਂ ਇੱਥੇ ਕਰਨਾ ਹੈ, ਫਿਰ ਕੀ ਹੋਏਗਾ? ਉਹਨੂੰ ਪੁੱਛਣਾ ਚਾਹੀਦਾ ਸੀਗਾ ਕਿ ਮੈਂ ਕਿੱਥੇ ਕਰ ਸਕਦਾ। ਇੱਕ ਪਾਸੇ ਤਾਂ ਆਪਾਂ ਇਹ ਕਹਿ ਰਹੇ ਹਾਂ ਵੀ ਅਸੀਂ ਪਰਮਿਸ਼ਨ ਕਿਸੇ ਨੂੰ ਨਹੀਂ ਦੇਣੀ 2020 ਤੋਂ ਬਾਅਦ, ਫਿਰ ਵੀ ਅਸੀਂ 7 ਤਰੀਕ ਨੂੰ ਉਹਨੂੰ ਪਰਮਿਸ਼ਨ ਦਿੱਤੀ ਸਰ। ਦੇ ਵਿੱਚੋਂ ਕੰਪਲੀਟ ਹੋ ਰਹੇ ਸੀਗੇ, ਕੁਝ ਉਹਨਾਂ ਦੇ ਹਾਲੇ ਕੰਪਲੀਟ ਨਹੀਂ ਹੋਏ ਸੀ। ਆਪਾਂ ਪਹਿਲਾਂ ਉਹ ਢਾਏ ਹੈ। ਇਸ ਤੋਂ ਇਲਾਵਾ ਵੀ ਇਹਨਾਂ ਦੇ ਕੋਲ ਮੈਨੂੰ ਲੱਗਦਾ ਕਿ 45 ਦੇ ਇੱਕ ਹੋਰ ਵੀ ਹੋਣਗੇ ਜੋ ਇਹਨਾਂ ਨੇ ਪਹਿਲਾਂ ਬਣਾਏ ਹੈ 2 ਸਾਲ 3 ਸਾਲ ਪਹਿਲੇ, ਉਹ ਵੀ ਗੈਰ ਕਾਨੂੰਨੀ। ਹੁਣ ਤੁਸੀਂ ਮੀਨਵਾਈਲ ਕੋਈ ਐਦਾਂ ਦਾ ਸਰਵੇ ਕਰਵਾਇਆ ਕਿ ਜਿਹਦੇ 'ਚ ਤੁਹਾਨੂੰ ਲੱਗੇ ਵੀ ਇਹ ਇੰਨੀ ਕੁ ਜਗ੍ਹਾ ਸਾਡੇ ਕੋਲ ਹੈਗੀ ਹੈ, ਉਹਦੇ ਵਿੱਚ ਅਸੀਂ ਇੰਨੇ ਲੋਕ ਜਿਹੜੇ ਐਡਜਸਟ ਕਰ ਸਕਦੇ ਹਾਂ, ਨਵੇਂ ਵੀ ਤੇ ਪੁਰਾਣੇ ਵੀ? ਬਿਕੋਜ਼ ਦੇਖੋ ਇਹਨਾਂ ਨੂੰ ਰੋਜ਼ਗਾਰ ਤਾਂ ਚਾਹੀਦਾ, ਲੋਕਾਂ ਨੇ ਅਰਜ਼ੀਆਂ ਵੀ ਲਿਖਵਾਉਣੀਆਂ ਨੇ, ਤੇ ਲੋਕ ਕਿੱਥੇ ਜਾਣਗੇ, ਇਹ ਲੋਕ ਕਿੱਥੋਂ ਲਿਖਵਾਉਣਗੇ? ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਨੂੰ ਪਤਾ ਕਿ ਮੈਂ ਦਿਖਾਣਾ ਹੁੰਦਾ ਕਿ ਸਾਡੇ ਸ਼ਹਿਰ 'ਚ ਕੀ ਕੁਝ ਹੋ ਰਿਹਾ। 2 ਕੁ ਦਿਨ ਹੋਏ ਕਿ ਬਠਿੰਡਾ ਤਹਿਸੀਲ ਕੰਪਲੈਕਸ ਦੇ ਵਿੱਚ ਇੱਕ ਸਰਕਾਰੀ ਪੰਜਾ ਜਿਹਨੂੰ ਕਹਿੰਦੇ ਨੇ ਉਹ ਚੱਲਿਆ, ਤੇ ਕੁਝ ਆਰਜੀ ਬੂਥ ਬਣਾਏ ਹੋਏ ਜਿਨ੍ਹਾਂ ਦੇ ਵਿੱਚ ਕੁਝ ਵਕੀਲਾਂ ਦੇ ਤੇ ਕੁਝ ਅਰਜੀ ਨਵੀਸਾਂ ਦੇ ਸੀ, ਉਹ ਢਾਏ ਗਏ। ਉਹਦੇ ਵਿੱਚ ਹੁਣ ਸਾਡੇ ਵਕੀਲ ਭਰਾ ਜਿਹੜੇ ਨੇ ਉਹ ਇਸ ਰੋਸ ਵਜੋਂ ਧਰਨੇ ਤੇ ਬੈਠੇ ਨੇ ਕਿ ਸਾਡੇ ਇਹ ਕਿਉਂ ਢਾਏ ਗਏ। ਐਸਡੀਐਮ ਸਾਹਿਬ ਆਏ, ਐਸਡੀਐਮ ਸਾਹਿਬ ਨੇ ਭੇਜਿਆ ਤਹਿਸੀਲਦਾਰ ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਕਹਿੰਦੇ ਵੀ ਮੇਰੇ ਕੋਲ ਹੁਕਮ ਹੈ ਤਾਂ ਮੈਂ ਹੁਕਮ ਦੀ ਤਾਮੀਲ ਕਰਨੀ ਹੈ, ਇਸ ਕਰਕੇ ਉਹਨਾਂ ਨੇ ਉਹ ਸਾਰੇ ਢਾਏ। ਪਰ ਅੱਜ ਵੀ ਉੱਥੇ ਹੀ ਵਕੀਲ ਧਰਨੇ ਤੇ ਬੈਠੇ ਨੇ ਡੇ ਬਾਏ ਡੇ। ਉਹ ਕਹਿੰਦੇ ਨੇ ਅਸੀਂ ਉਦੋਂ ਤੱਕ ਨਹੀਂ ਹਟਣਾ ਜਦੋਂ ਤੱਕ ਇਹਦਾ ਕੋਈ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਤਾਂ ਇਸ ਸੰਦਰਭ 'ਚ ਮੈਂ ਸੋਚਿਆ ਕਿ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ, ਪਰੇ ਸਾਹਿਬ ਨਾਲ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਇਹ ਵਕੀਲਾਂ ਨੇ ਇਹ ਜਿਹੜਾ ਤੁਸੀਂ ਇਹ ਤੁਹਾਡੀ ਸਾਰੀ ਨਿਗਾਹ 'ਚ ਹੋਣਾ ਹੈ ਕਿ ਇਹ ਜਿਹੜਾ ਪੰਜਾ ਚੱਲਿਆ ਸਰਕਾਰੀ ਪੰਜਾ, ਉਹ ਜਿਹੜੇ ਬੂਥ ਸੀਗੇ ਉਹ ਢਾਏ ਗਏ, ਉਹ ਕੀ ਲੀਗਲ ਸੀ ਢਾਣਾ? ਲੀਗਲ ਢਾਣਾ ਹੈਗਾ ਕਿਉਂਕਿ ਇਹ ਜਿਹੜੀ ਵੀ ਜ਼ਮੀਨ ਹੈਗੀ ਹੈ ਇਹ ਸਰਕਾਰੀ ਜ਼ਮੀਨ ਹੈ ਤੇ ਇਸ ਸਰਕਾਰੀ ਜ਼ਮੀਨ ਤੇ ਜਦ ਤੱਕ ਕਿਸੇ ਬੰਦੇ ਨੂੰ ਅਲਾਟਮੈਂਟ ਨਹੀਂ ਹੋ ਜਾਂਦੀ ਉੱਥੇ ਕੋਈ ਕੰਸਟਰਕਸ਼ਨ ਨਹੀਂ ਕਰ ਸਕਦਾ। ਆਪਾਂ ਇੱਕ ਟਰਾਂਸਪੇਰੈਂਟ ਪ੍ਰੋਸੈਸ ਬਣਾ ਕੇ ਇਹਦੇ ਵਿੱਚ ਸਰਕਾਰ ਦੀ ਗਾਈਡਲਾਈਨਸ ਵੀ ਨੇ, ਕੋਰਟਾਂ ਦੇ ਵੀ ਆਦੇਸ਼ ਨੇ ਕਿ ਕਿਸੇ ਵੀ ਬੰਦੇ ਨੂੰ, ਮੈਂ ਤੁਹਾਨੂੰ ਇਹ ਵੀ ਦੱਸ ਲੈਣਾ, ਜੈਸੇ ਤਲਵੰਡੀ ਸਾਬੋ ਵਿੱਚ ਹੈਗੀ ਆ, ਉੱਥੇ ਵਕੀਲਾਂ ਦੇ ਲਈ ਵੱਖਰੇ ਤੌਰ ਤੇ ਇਸੇ ਤਰੀਕੇ ਨਾਲ ਬੂਥਸ ਬਣਨੇ ਨੇ। ਉਹਦੀ ਹਾਈ ਕੋਰਟ ਦੀ ਜਿਹੜੀ ਬਿਲਡਿੰਗ ਕਮੇਟੀ ਹੈਗੀ ਹੈ ਉਹਨੇ ਇੱਕ ਪ੍ਰੋਪਰ ਉੱਥੇ ਇੱਕ ਏਜੰਡਾ ਪੁਆਇੰਟ ਲਿਆ ਹੋਇਆ ਹੈ। ਉੱਥੇ ਮੈਂ ਵੀ ਜਾਣਾ ਜਾਂ ਫਿਰ ਮੇਰੇ ਏਡੀਸੀ ਸਾਹਿਬ ਜਾਣੇ ਨੇ ਮੀਟਿੰਗ ਵਿੱਚ, ਉਹਦੇ ਬੇਸਿਸ ਤੇ ਕਿ ਜੀ ਕਿਨ ਕੰਡੀਸ਼ਨਸ ਪੇ ਅਲਾਟਮੈਂਟ ਹੋਏਗੀ, ਕਿਸ ਤਰੀਕੇ ਨਾਲ ਹੋਏਗੀ, ਉਹ ਸਾਰਾ ਡਿਸਾਈਡ ਹੁੰਦਾ। ਇਹ ਇਹਨਾਂ ਨੇ ਇਹ ਕਿਹਾ ਕਿ ਜੀ ਕੁਝ ਕਹਿੰਦੇ ਕਿ ਜੀ ਆਪਾਂ ਐਪਲੀਕੇਸ਼ਨ ਦਿੱਤੀ ਹੋਈ ਹੈ ਤੇ ਮੈਂ ਕਦੋਂ ਕੋਈ ਵੀ ਬੰਦਾ ਮੇਰੇ ਦਫ਼ਤਰ ਵਿੱਚ ਆ ਕੇ ਐਪਲੀਕੇਸ਼ਨ ਦੇ ਸਕਦਾ ਹੈ। ਕਿਆ ਐਪਲੀਕੇਸ਼ਨ ਦੇ ਬੇਸਿਸ ਤੇ ਉਹ ਸਰਕਾਰੀ ਜ਼ਮੀਨ ਵਿੱਚ ਘੁਸ ਜਾਊਗਾ? ਇਹ ਸਾਰੇ ਪੜ੍ਹੇ ਲਿਖੇ ਲੋਕ ਨੇ, ਇਹਨਾਂ ਦਾ ਕੰਮ ਹੈਗਾ ਕਿ ਇਹ ਕਾਨੂੰਨ ਦੀ ਸੁਰੱਖਿਆ ਕਰੀਏ, ਇਹ ਕਾਨੂੰਨ ਨੂੰ ਆਗੇ ਲੈ ਕਰ ਆਈਏ। ਜੇ ਇਸ ਤਰੀਕੇ ਦੇ ਬੰਦੇ ਵੀ ਗੈਰ ਕਾਨੂੰਨੀ ਤੌਰ ਤੇ ਸਰਕਾਰੀ ਜ਼ਮੀਨਾਂ ਤੇ ਜਾ ਕੇ ਕਬਜ਼ੇ ਕਰਨਗੇ ਤਾਂ ਫਿਰ ਉਸ ਤੋਂ ਬਾਅਦ ਤਾਂ ਸਰਕਾਰ ਦੀ ਫਿਰ ਕੀ ਹੀ ਵੈਲਿਊ ਰਹਿ ਜਾਣੀ ਹੈ। ਜੇ ਡੀਸੀ ਖੁਦ ਆਪਣੀ ਜ਼ਮੀਨ, ਸਰਕਾਰੀ ਜ਼ਮੀਨ ਜੋ ਉਸਦੀ ਆਪਣੀ ਤਹਿਸੀਲ ਦੀ ਜ਼ਮੀਨ ਹੈ, ਜੇ ਡੀਸੀ ਇਨਕਰੋਚਮੈਂਟ ਉਹਨਾਂ ਨਹੀਂ ਬਚਾ ਸਕਦਾ ਤਾਂ ਉਹ ਆਮ ਲੋਕਾਂ ਨੂੰ ਕਿਆ ਇਨਸਾਫ ਦਿਵਾਊਗਾ? ਇਹਨਾਂ ਜਿੰਨੇ ਵੀ ਇਹ ਸਟਰਕਚਰਸ ਨੇ ਜੋ ਆਪਾਂ ਢਾਏ ਨੇ, ਇਹ ਉਹ ਸਟਰਕਚਰਸ ਹੈ ਜੋ ਮੇਰੇ ਕਾਰਜਕਾਲ ਦੇ ਦੌਰਾਨ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ। ਕੁਝ ਉਹਦੇ ਵਿੱਚੋਂ ਕੰਪਲੀਟ ਹੋ ਰਹੇ ਸੀਗੇ, ਕੁਝ ਉਹਨਾਂ ਦੇ ਹਾਲੇ ਕੰਪਲੀਟ ਨਹੀਂ ਹੋਏ ਸੀ। ਆਪਾਂ ਪਹਿਲਾਂ ਉਹ ਢਾਏ ਹੈ। ਇਸ ਤੋਂ ਇਲਾਵਾ ਵੀ ਇਹਨਾਂ ਦੇ ਕੋਲ ਮੈਨੂੰ ਲੱਗਦਾ ਕਿ 45 ਦੇ ਇੱਕ ਹੋਰ ਵੀ ਹੋਣਗੇ ਜੋ ਇਹਨਾਂ ਨੇ ਪਹਿਲਾਂ ਬਣਾਏ ਹੈ 2 ਸਾਲ 3 ਸਾਲ ਪਹਿਲੇ, ਉਹ ਵੀ ਗੈਰ ਕਾਨੂੰਨੀ ਨੇ। ਉਹਨਾਂ ਨੂੰ ਵੀ ਕੋਈ ਅਲਾਟਮੈਂਟ ਲੈਟਰ ਪੱਤਰ ਇਸ਼ੂ ਨਹੀਂ ਹੋਇਆ ਹੈ। ਹੁਣ ਇਹ ਕਹਿੰਦੇ ਕਿ ਜੀ ਆਪਾਂ ਤੁਹਾਨੂੰ ਐਪਲੀਕੇਸ਼ਨ ਦਿੱਤੀ ਹੋਈ, ਇਹਦੇ ਵਿੱਚੋਂ ਕੋਈ ਐਪਲੀਕੇਸ਼ਨ ਨਹੀਂ ਆਈ ਹੈ। ਇਹ ਤਾਂ ਕੱਲ ਪਰਸੋਂ ਮੇਰੇ ਕੋਲ ਆਈ ਸੀਗੀ ਕਿ ਹੁਣ ਆਪਾਂ ਐਪਲੀਕੇਸ਼ਨ ਦੇ ਦੇਣੀ ਹੈ। ਇਹਦਾ ਕੋਈ ਮਤਲਬ ਤਾਂ ਹੈ ਨਹੀਂ, ਤੁਸੀਂ ਪਹਿਲੇ ਬਿਲਡਿੰਗ ਬਣਾ ਦਿਓ ਫਿਰ ਬਾਅਦ ਵਿੱਚ ਬੋਲੋ ਕਿ ਆਪਾਂ ਐਪਲੀਕੇਸ਼ਨ ਦੇ ਦੇਣੀ ਆ। ਠੀਕ, ਇਹਨਾਂ ਦੇ ਵਿੱਚ ਕਿਸੇ ਦੀ ਕੋਲ ਕੋਈ ਐਪਲੀਕੇਸ਼ਨ ਆਪਣੇ ਕੋਲ ਆਈ ਨਹੀਂ ਸੀ, ਹੁਣ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ। ਉਹ ਆਪਾਂ ਦੇਖ ਲਿਆਂਗੇ ਰੂਲਾਂ ਦੇ ਹਿਸਾਬ ਨਾਲ ਕਿਵੇਂ ਹੋਊਗਾ। ਤੇ ਜਿਹੜੇ ਬਾਕੀ ਵਾਲੇ ਪੁਰਾਣੇ ਵਾਲੇ ਹੈ ਉਹਦੇ ਵਿੱਚੋਂ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੋਈ ਹੈ, ਉਹਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਐਪਲੀਕੇਸ਼ਨ ਹਾਲੇ ਤੱਕ ਵੀ ਨਹੀਂ ਦਿੱਤੀ। ਜੀ ਸਰ, ਉਹਦੇ ਵਿੱਚ ਇਹ ਹੈ ਵੀ ਮਿਸਟਰ ਹਰਮਨ ਕੋਟਫਤਾ ਉਹ ਵਕੀਲ ਨੇ, ਉਹਨਾਂ ਦਾ ਵੀ ਜਿਹੜਾ ਇੱਕ ਕੰਧ ਜਿਹੜੀ ਕਹਿੰਦੇ ਨੇ ਉਹ ਢਹਿ ਗਈ ਹੈ। ਉਹਨਾਂ ਨੇ 2020 ਦੀ ਐਪਲੀਕੇਸ਼ਨ ਹੈ ਜਿਹੜੀ ਇਸ ਆਫਿਸ ਦੇ ਵਿੱਚ ਦਿੱਤੀ ਹੋਈ ਹੈ। ਐਪਲੀਕੇਸ਼ਨ ਦੇ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਐਪਲੀਕੇਸ਼ਨ ਦੇਣ ਨਾਲ ਕੋਈ ਉਹ ਜ਼ਮੀਨ ਦਾ ਮਾਲਿਕ ਨਹੀਂ ਹੋ ਜਾਂਦਾ ਜਦ ਤੱਕ ਉਹਨਾਂ ਦੇ ਕੋਲ ਅਲਾਟਮੈਂਟ ਲੈਟਰ ਹੈਗੀ ਹੈ। ਐਪਲੀਕੇਸ਼ਨ 50,000 ਲੋਕੀ 20,000 ਲੋਕੀ ਪੁੱਡਾ ਦੀ ਜ਼ਮੀਨ ਲੈਣ ਦੇ ਲਈ ਦਿੰਦੇ ਨੇ, ਕਿਆ 20,000 ਵਿੱਚੋਂ ਕੋਈ ਵੀ ਉਹਦੀ ਜ਼ਮੀਨ ਵਿੱਚ ਘੁਸ ਕੇ ਆਪਣਾ ਮਕਾਨ ਬਣਾ ਲਊਗਾ? ਸਰ, ਪਰ 2020 ਦੀ ਹੈ, ਫਿਰ ਉਹਨੂੰ ਜਵਾਬ ਤਾਂ ਦਿੱਤਾ ਜਾ ਸਕਦਾ ਤੂੰ ਬਣਾ ਜਾਂ ਨਾ ਬਣਾ। 2 ਸਾਲ ਇਸ ਤਰੀਕੇ ਨਾਲ ਪੈਂਡਿੰਗ ਰਹਿਣਗੇ। ਮੇਰੀ ਬਾਤ ਸੁਣੀਏ, ਇੱਥੇ ਜ਼ਮੀਨ ਜਿਹੜਾ ਹੈਗਾ ਇਹਦਾ ਕੋਈ ਇਹਦਾ ਇੱਕ ਹੱਕ ਨਹੀਂ ਹੈਗਾ ਕਿ ਜੀ ਮੈਨੂੰ ਸਰਕਾਰ ਜ਼ਮੀਨ ਦੇਵੇਗੀ।
ਇਹਦਾ ਕੋਈ ਰਾਈਟ ਨਹੀਂ ਹੈ। ਜੀ। ਉਹ ਤਾਂ ਸਰਕਾਰ ਨੇ ਦੇਖਣਾ ਹੈ ਕਿ ਉਹਦੇ ਕੋਲ ਇੱਥੇ ਹਜ਼ਾਰਾਂ ਲੋਕ, ਕੁਝ ਲੋਕ ਪਹਿਲੇ ਗੈਰ ਕਾਨੂੰਨੀ ਬੈਠੇ ਹੋਏ ਨੇ, ਕੁਝ ਲੋਕ ਉਹਦੇ ਘੁਸਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੇ ਬਾਅਦ ਕੋਈ ਪ੍ਰੋਸੈਸ ਤਾਂ ਹੋਏਗਾ ਨਾ, ਕੋਈ ਪ੍ਰੋਸੈਸ ਤਾਂ ਅਪਣਾਉਣਾ ਪੈਣਾ ਕਿ ਕਿਸ ਤਰੀਕੇ ਨਾਲ ਪੁਰਾਣੇ ਲੋਕਾਂ ਨੂੰ ਐਡਜਸਟ ਕਰਨਾ ਹੈ। ਜਿਹੜੇ ਕੋਈ ਬੈਠਾ ਹੋਇਆ ਕਿਆ ਉਹਨੂੰ ਰੈਗੂਲਰਾਈਜ਼ ਕੀਤਾ ਜਾ ਸਕਦਾ ਹੈ, ਨਹੀਂ ਕੀਤਾ ਜਾ ਸਕਦਾ, ਗੈਰ ਕਾਨੂੰਨੀ ਹੈ ਤਾਂ ਉਹਨੂੰ ਪਹਿਲੇ ਡਾਣਾ ਪੈਣਾ ਹੈ। ਉਸ ਤੋਂ ਬਾਅਦ ਫਿਰ ਉੱਪਰ ਪ੍ਰੋਪਰ ਪਲਾਨ ਬਣੂਗਾ ਕਿ ਕਿੰਨੇ ਕਿੰਨੇ ਬਣ ਸਕਦੇ ਨੇ। ਉਹ ਪ੍ਰੋਪਰ ਪਲਾਨ ਤੋਂ ਬਾਅਦ ਆਪਾਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਇਹਦਾ ਡਰਾਫਟ ਲਾਟਸ ਕਰਨਾ ਹੈ, ਕੀ ਕਰਨਾ ਹੈ, ਕੀ ਕਿਵੇਂ ਹੋਏਗਾ, ਉਹ ਤਰੀਕਾ ਤਾਂ ਅਪਣਾਉਣਾ ਪੈਣਾ। ਇਹਦਾ ਅੱਜ ਦੀ ਘੜੀ 2020 ਵਿੱਚ ਇਹ ਫੈਸਲਾ ਹੋਈ ਸੀ ਕਿ ਆਪਾਂ ਨया ਕਿਸੇ ਨੂੰ ਨਹੀਂ ਦੇਣਾ। ਔਨ ਫਾਈਲ ਡੀਸੀ ਨੇ ਤਦ ਦੇ ਆਰਡਰ ਕੀਤਾ ਹੋਇਆ ਐਸਡੀਐਮ ਨੇ ਕਿ ਜੀ ਆਪਾਂ ਨਵਾਂ ਕੋਈ ਫਿਲਹਾਲ ਦੇਣਾ ਨਹੀਂ ਹੈ। ਉਹ ਤਾਂ ਬਲੌਕ ਸੀਗਾ। ਹੁਣ ਨਵੇਂ ਵਕੀਲ ਤਾਂ ਡੇਲੀ ਬੰਦੇ ਨੇ ਕਿ ਹਰ ਵਕੀਲ ਨੂੰ ਜਗ੍ਹਾ ਦੇਣ ਦੀ ਜ਼ਿੰਮੇਵਾਰੀ ਡੀਸੀ ਦੀ ਹੈਗੀ ਹੈ ਜੀ। ਪਰ ਉਹਦੇ ਵਿੱਚ ਇੱਕ ਇਹ ਵੀ ਹੋਇਆ ਜੀ ਵੀ ਜਿਵੇਂ ਇੱਕ ਮੈਨੂੰ ਫਾਰਮ ਵੀ ਉਹਨੇ ਦਿਖਾਇਆ ਸੀ ਕਿ ਕਹਿੰਦੇ ਜੀ ਮੈਨੂੰ ਪਰਮਿਸ਼ਨ ਮਿਲੀ ਹੈ 7 ਤਰੀਕ ਨੂੰ ਵੀ ਤੁਸੀਂ ਉੱਥੇ ਆਪਣਾ ਇੱਕ ਆਰਜੀ ਤੌਰ ਤੇ ਬਣਾ ਸਕਦੇ ਹੋ। ਈਵਨ ਕਿ ਉਹਨਾਂ ਨੇ ਟੀਨ ਦੀ ਸ਼ੈੱਡ ਪਾਇਆ ਸੀਗਾ ਔਰ ਉਹਨਾਂ ਦਾ ਸਮਾਨ ਵੀ ਵਿੱਚ ਪਿਆ ਸੀ, ਉਹਨਾਂ ਦਾ ਉਹ ਵੀ ਤੋੜ ਦਿੱਤਾ ਗਿਆ ਜਦੋਂ ਕਿ ਸਿਰਫ 4 ਦਿਨ ਹੋਏ ਸੀ। ਇਹ ਜਿਹੜੀ ਥਾਂ ਉਹਨਾਂ ਨੂੰ ਦਿੱਤੀ ਗਈ ਸੀ, ਇਹ ਤੁਹਾਨੂੰ ਜਿਸ ਬੰਦੇ ਨੇ ਅਪਰੂਵਲ ਦਿੱਤੀ ਹੋਈ ਹੈ, ਜਿਸ ਬੰਦੇ ਦੇ ਕੋਲ ਅਪਰੂਵਲ ਹੈਗੀ, ਤੁਸੀਂ ਉਹਨਾਂ ਨੂੰ ਪੁੱਛਿਆ ਕਿ ਜੀ ਇਹਦਾ ਦਿਖਾਓ ਕਿ ਨਕਸ਼ੇ ਵਿੱਚ ਤੁਹਾਡੀ ਜਗ੍ਹਾ ਕਿੱਥੇ ਅਲਾਟ ਹੋਈ ਹੈ? ਜੀ ਉਹਨਾਂ ਨੂੰ ਪੁੱਛਿਆ? ਨਹੀਂ ਪੁੱਛਿਆ। ਤਾਂ ਉਹਨਾਂ ਨੂੰ ਤਾਂ ਇਹ ਵੀ ਸਾਬਿਤ ਕਰਨਾ ਪਵੇਗਾ ਨਾ ਕਿ ਜੀ ਮੈਨੂੰ ਜਿਹੜੀ ਜਗ੍ਹਾ ਪ੍ਰਸ਼ਾਸਨ ਨੇ ਦਿੱਤੀ ਸੀ ਉਹ ਇਹੀ ਵਾਲੀ ਜਗ੍ਹਾ ਹੈ। ਕਿ ਜਿਸ ਬੰਦੇ ਨੇ ਉਹ ਆਪਾਂ ਦੇਣੇ ਆ ਉਹਨਾਂ ਤੋਂ ਉੱਥੇ ਨਕਸ਼ਾ पे ਦਿਖਾਵਾਂਗੇ ਵੀ ਨਾ ਕਿ ਤੁਹਾਡਾ ਪਲਾਟ ਇਹ ਵਾਲਾ ਹੈ, ਕਿਉਂਕਿ ਇੱਥੇ ਤਾਂ ਬਹੁਤ ਸਾਰੇ ਨੇ। ਹੁਣ ਤੁਸੀਂ ਉੱਥੇ ਕਿਤੇ ਵੀ ਜਾਓ, ਕੋਈ ਵੀ ਬੰਦਾ ਇਹਨਾਂ ਵਿੱਚ ਵੀ ਕੋਈ ਦੂਜਾ ਆ ਜਾਊਗਾ ਕਿ ਇਹ ਮੇਰਾ ਵਾਲਾ ਹੈ, ਮੇਰੇ ਕੋਲ ਵੀ ਅਲਾਟਮੈਂਟ ਲੈਟਰ ਹੈਗੀ ਹੈ। ਅਲਾਟਮੈਂਟ ਲੈਟਰ ਤਾਂ ਬਹੁਤ 50-60 ਬੰਦਿਆਂ ਤੇ ਰੈਗੂਲਰ ਵੀ ਹੋਣਗੇ ਜੋ ਲੀਗਲ ਸਾਨੂੰ ਪੈਸੇ ਵੀ ਦੇ ਰਹੇ ਨੇ। ਰੀਸੈਂਟਲੀ 7 ਤਰੀਕ ਨੂੰ ਸਰ ਉਹਨੂੰ ਪਰਮਿਸ਼ਨ ਮਿਲੀ ਹੈ। ਇੱਕ ਪਾਸੇ ਤਾਂ ਆਪਾਂ ਇਹ ਕਹਿ ਰਹੇ ਹਾਂ ਵੀ ਅਸੀਂ ਪਰਮਿਸ਼ਨ ਕਿਸੇ ਨੂੰ ਨਹੀਂ ਦੇਣੀ 2020 ਤੋਂ ਬਾਅਦ, ਫਿਰ ਵੀ ਅਸੀਂ 7 ਤਰੀਕ ਨੂੰ ਉਹਨੂੰ ਪਰਮਿਸ਼ਨ ਦਿੱਤੀ ਸਰ। ਜਿਹੜਾ ਤੁਹਾਨੂੰ ਕਿਹਾ ਕਿ ਪਹਿਲਾਂ ਇਹ ਫੈਸਲਾ ਹੋਇਆ ਸੀ, ਉਸ ਤੋਂ ਬਾਅਦ ਐਸਡੀਐਮ ਮੇਰੇ ਕੋਲ ਆਏ, ਉਹਨਾਂ ਨੇ ਇਹ ਕਿਹਾ ਕਿ ਜਿੰਨੇ ਲੋਕੀ ਆਪਾਂ ਨੂੰ ਇੱਕ ਫੈਸਲਾ ਕਰਨਾ ਚਾਹੀਦਾ ਕਿ ਜਿਹੜੇ ਲੋਕ ਪੁਰਾਣੇ ਹੈਗੇ ਆ, ਉਹਨਾਂ ਦੀ ਪਹਿਲਾਂ ਐਪਲੀਕੇਸ਼ਨਸ ਆਈਆਂ ਸੀਗੀਆਂ, ਉਹਨਾਂ ਨੂੰ ਆਪਾਂ ਕੰਸੀਡਰ ਕਰੀਏ। ਉਹਦੇ ਬਾਅਦ ਆਪਾਂ ਥਾਂ ਦੇਖੀਏ ਕਿੰਨੀ ਆਪਣੇ ਕੋਲ ਹੋਰ ਬਚਦੀ ਹੈ ਤਾਂ ਜੋ ਆਪਾਂ ਪ੍ਰੋਪਰ ਪ੍ਰੋਸੈਸ ਨਾਲ ਕਰ ਸਕੀਏ। ਉਹਦੇ ਵਿੱਚੋਂ ਜਿਨ੍ਹਾਂ ਨੇ ਅਪਲਾਈ ਕਰਕੇ ਉਹਨਾਂ ਦਾ ਕਲੀਅਰ ਹੋ ਗਿਆ ਕੁਝ 15-20 ਦਿਨ ਪਹਿਲਾਂ, ਉਹਦੇ ਵਿੱਚੋਂ ਕੁਝ ਇਹੋ ਜਿਹੇ ਲੋਕ ਹੈ। ਬਟ ਇਹ ਵਾਲਾ ਜਿਹੜਾ ਹੈਗਾ, ਇਹ ਵਾਲਾ ਉਹਨਾਂ ਦਾ ਪਲਾਟ ਨਹੀਂ ਹੈਗਾ ਜਿੱਥੇ ਕੰਸਟਰਕਸ਼ਨ ਹੋ ਰਹੀ ਸੀ, ਇਹ ਕਿਸੇ ਹੋਰ ਬੰਦਾ ਬਣਾ ਰਿਹਾ ਸੀਗਾ ਜਦੋਂ ਡਾਇਆ। ਸਰ ਜਿਨ੍ਹਾਂ ਨੂੰ ਆਪਾਂ ਸਪੋਜ਼ ਜਿਹੜੇ ਤੁਸੀਂ ਕਹਿੰਦੇ ਹੋ ਜਿਨ੍ਹਾਂ ਨੂੰ ਆਪਾਂ ਅਪਰੂਵਲ ਦੇ ਰਹੇ ਹਾਂ, ਉਹਨਾਂ ਨੂੰ ਕੋਈ ਨਕਸ਼ੇ ਦੇ ਵਿੱਚ ਜਗ੍ਹਾ ਦੇ ਰਹੇ ਵੀ ਇੰਨੀ ਕੁ ਜਗ੍ਹਾ ਆਹ ਨਕਸ਼ਾ ਹੈ ਤੇ ਤੈਨੂੰ ਭਾਈ ਸਾਹਿਬ ਇੰਨੀ ਜਗ੍ਹਾ ਦਿੱਤੀ, ਤੁਸੀਂ ਇੱਥੇ ਪਾਣਾ। ਬਿਲਕੁਲ ਜਿਹੜਾ ਵੀ ਹੈਗਾ ਉਹ ਪ੍ਰੋਪਰ ਫੀਲਡ ਵਿੱਚ ਪਹਿਲੇ ਵੈਰੀਫਾਈ ਕੀਤਾ ਕਿ ਉਹ ਬੰਦਾ ਕਿੱਥੇ ਬੈਠਿਆ ਹੋਇਆ ਹੈ, ਉਹਦੇ ਬੇਸਿਸ ਤੇ ਹੀ ਉਹਦਾ ਨਕਸ਼ਾ ਅਪਰੂਵ ਹੈ। ਜਿੱਥੇ ਉਹ ਬੈਠਿਆ ਹੋਇਆ ਸੀਗਾ ਆਪਾਂ ਉੱਥੇ ਸਰਵੇ ਕਰਾਇਆ, ਸਰਵੇ ਦੇ ਬੇਸਿਸ ਤੇ, ਉਸੇ ਦੇ ਬੇਸਿਸ ਤੇ ਤਾਂ ਸਾਨੂੰ ਪਤਾ ਲੱਗਿਆ ਕਿ ਕਿੰਨੇ ਬੰਦੇ ਹੈਗੇ ਜਿਹੜੇ ਇਲੀਗਲ ਹੈਗੇ ਆ। ਜੇ ਆਪਾਂ ਸਰਵੇ ਨਹੀਂ ਕਰਦੇ ਤਾਂ ਫਿਰ ਪਤਾ ਵੀ ਨਹੀਂ ਲੱਗਣਾ ਸੀਗਾ। ਜੀ ਇਟ ਮੀਨਸ ਇਹ ਵੀ ਜਿਹੜੇ ਹੁਣ ਇਹ ਢਾਏ ਨੇ ਉਹ ਨਕਸ਼ੇ ਦੇ ਵਿੱਚ ਨਹੀਂ ਸੀ। ਪਹਿਲੀ ਗੱਲ ਇਹ ਹੈ ਇਹਨਾਂ ਦੀ ਕੋਈ ਅਪਰੂਵਲ ਨਹੀਂ ਹੈ, ਇਹਨਾਂ ਦੇ ਕੋਲ ਨਾ ਤਾਂ ਇਹਨਾਂ ਨੇ ਅਪਰੂਵ, ਇਹਨਾਂ ਦੇ ਵਿੱਚ ਬੰਦੇ ਉਹ ਹੈਗੇ ਆ ਜਿਨ੍ਹਾਂ ਨੇ ਹਾਲੇ ਅਪਲਾਈ ਵੀ ਨਹੀਂ ਕੀਤਾ ਸੀ ਜਦ ਆਪਾਂ ਕਾਰਵਾਈ ਕੀਤੀ, ਉਹਦੇ ਬਾਅਦ ਇਹਨਾਂ ਨੇ ਹੁਣ ਐਪਲੀਕੇਸ਼ਨਸ ਦਿੱਤੀਆਂ ਨੇ। ਇਹਨਾਂ ਦਾ ਕੋਈ ਲੀਗਲ ਸਟੈਂਡ ਨਹੀਂ ਹੈ, ਕੰਪਲੀਟਲੀ ਇਲੀਗਲ ਹੈ। ਆਪਾਂ ਇਹਨਾਂ ਨੂੰ ਤਬ ਮੇਰੇ ਕੋਲ ਆਏ ਵੀ ਸੀਗੇ, ਮੈਂ ਇਹਨਾਂ ਨੂੰ ਕਿਹਾ ਜੇ ਤੁਸੀਂ ਲੀਗਲ ਹੋ ਤੁਸੀਂ ਕੋਰਟ ਵਿੱਚ ਜਾ ਕੇ ਸਾਡਾ ਸਟੇ ਆਰਡਰ ਲੈ ਆਓ। ਜੀ ਇਹਨਾਂ ਦੇ ਕੋਲ ਕੁਝ ਹੈ ਨਹੀਂ, ਨਾ ਕੋਈ ਕਾਗਜ਼ ਹੈ, ਨਾ ਕੋਈ ਪੱਤਰੀ ਹੈ। ਖੁਦ ਹੀ ਘੁਸ ਜਾ ਕੇ ਸਰਕਾਰੀ ਜ਼ਮੀਨ ਵਿੱਚ ਕਬਜ਼ਾ ਕਰਨਗੇ ਤਾਂ ਫਿਰ ਚੰਗਾ ਵੀ ਨਹੀਂ ਲੱਗਦਾ। ਇਹ ਸਾਰੇ ਪੜ੍ਹੇ ਲਿਖੇ ਲੋਕ ਨੇ, ਵਕੀਲ ਨੇ, ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਕਿ ਜਦ ਤੱਕ ਅਲਾਟਮੈਂਟ ਨਹੀਂ, ਜੇ ਇਹਨਾਂ ਨੂੰ ਤੁਸੀਂ, ਤੁਹਾਡੀ ਗੱਲ ਵੀ ਮੈਂ ਮੰਨ ਲੈਣਾ ਕਿ 2020 ਤੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ, ਇਹਨਾਂ ਨੂੰ ਕਮਿਊਨੀਕੇਟ ਨਹੀਂ ਹੋਇਆ, ਇਹ ਕੋਰਟ ਵੀ ਜਾ ਕੇ ਕਹਿ ਦਿੰਦੇ ਕਿ ਜੀ ਇਹਨਾਂ ਨੂੰ ਡਾਇਰੈਕਸ਼ਨ ਦਿਓ ਕਿ ਜੀ ਸਾਨੂੰ ਕਨਵੇ ਕਰਨ ਕਿ ਦੇਣਾ ਹੈ ਕਿ ਨਹੀਂ ਦੇਣਾ ਹੈ। ਐ ਤਾਂ ਨਹੀਂ ਹੋ ਸਕਦਾ ਕਿ ਜੀ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਤਾਂ ਮੈਂ ਖੁਦ ਵੀ ਘੁਸ ਜਾਵਾਂਗਾ। ਇਹ ਤਾਂ ਵਕੀਲ ਨੇ, ਇਹ ਤਾਂ ਉੱਥੇ ਇੱਕ ਐਪਲੀਕੇਸ਼ਨ ਲਵਾ ਲੈਣ, ਦੂਜੇ ਦਿਨ ਡਾਇਰੈਕਸ਼ਨ ਹੋ ਜਾਂਦੀ। ਇਹਨਾਂ ਨੇ ਤਾਂ ਇਹੋ ਜਿਹਾ ਕੁਝ ਕੀਤਾ ਨਹੀਂ। 2020 ਦੀ ਐਪਲੀਕੇਸ਼ਨ ਦੇਣ ਤੋਂ ਬਾਅਦ ਇਹਨਾਂ ਨੇ ਕਦੀ ਰਿਮਾਈਂਡਰ ਦਿੱਤਾ ਕਿ ਸਰ ਮੈਨੂੰ ਦੇ ਦਿਓ? ਮੈਨੂੰ 8 ਮਹੀਨੇ 6 ਮਹੀਨੇ ਹੋ ਗਏ, ਮੇਰੇ ਕੋਲ ਕਦੀ ਆਏ ਕਿ ਸਰ ਮੈਨੂੰ ਦੇ ਦਿਓ? ਜੀ ਸਪੋਜ਼ ਚਲੋ ਇਹ ਠੀਕ ਹੈ, ਜੋ ਹੋ ਗਿਆ ਉਹਨੂੰ ਆਪਾਂ ਛੱਡ ਦਈਏ, ਉਹ ਤੁਸੀਂ ਦੇਖਣਾ ਜਾਂ ਵਕੀਲ ਸਾਹਿਬਾਨ ਨੇ, ਉਹ ਤੁਸੀਂ ਮਾਲਕ ਹੋ ਜ਼ਿਲ੍ਹੇ ਦੇ। ਇਸ ਤੋਂ ਬਾਅਦ ਸਪੋਜ਼ ਕੋਈ ਉਹ ਬੰਦਾ ਉੱਥੇ ਜਗ੍ਹਾ ਲੈਣਾ ਚਾਹੁੰਦਾ, ਉਹਦਾ ਕੀ ਪ੍ਰੋਸੀਜਰ ਉਹਨੂੰ ਅਡਾਪਟ ਕਰਨਾ ਪਵੇਗਾ? ਮੈਂ ਪਹਿਲਾਂ ਵੀ ਕਿਹਾ, ਫਸਟ ਆਫ ਆਲ ਵੀ ਆਰ ਟਰਾਈਂਗ ਕਿ ਜਿੰਨੇ ਬੰਦੇ ਪਹਿਲਾਂ ਉੱਥੇ ਬੈਠੇ ਹੋਏ ਨੇ ਉਹਨਾਂ ਦਾ ਕੀ ਰੈਗੂਲਰਾਈਜੇਸ਼ਨ ਦਾ ਕੋਈ ਆਪਾਂ ਤਰੀਕਾ ਅਪਣਾ ਸਕਦੇ ਆ। ਪਹਿਲਾਂ ਆਪਾਂ ਉਹਨਾਂ ਨੂੰ ਦੇਖੀਏ, ਉਹਦੇ ਬਾਅਦ ਦੈਨ ਵੀ ਵਿਲ ਹੈਵ ਟੂ ਆਈਡੈਂਟੀਫਾਈ ਕਿ ਸਾਡੇ ਕੋਲ ਹੋਰ ਉੱਥੇ ਥਾਂ ਹੈਗੀ ਹੈ ਜਿੱਥੇ ਹੋਰ ਵੀ ਬੰਦੇ ਜਿਹੜੇ ਆ ਸਕਦੇ ਆ। ਫਿਰ ਆਪਾਂ ਸਾਰਿਆਂ ਤੋਂ ਐਪਲੀਕੇਸ਼ਨ ਲਵਾਂਗੇ ਕਿ ਕਿਸੇ ਇੱਕ ਬੰਦੇ ਤੇ ਐਪਲੀਕੇਸ਼ਨ ਕਿ ਮੈਂ ਐਪਲੀਕੇਸ਼ਨ ਦੇ ਦਿਆਂ, ਉਹਨਾਂ ਨੂੰ ਮੈਂ ਦੇ ਦੇਵਾਂ। ਫਿਰ ਜਿਹੜਾ ਵੀ ਬੰਦਾ ਉੱਥੇ ਹੋਏਗਾ ਜੋ ਚਾਹਵਾ ਹੈ, ਉਹਨਾਂ ਸਾਰਿਆਂ ਤੋਂ ਐਪਲੀਕੇਸ਼ਨ ਲਵਾਂਗੇ, ਉਹਦੇ ਵਿੱਚੋਂ ਡਰਾਫਟ ਲਾਟਸ ਦੇਖਣਗੇ ਜਾਂ ਫਿਰ ਹੋਰ ਕੋਈ ਕ੍ਰਾਈਟੀਰੀਆ ਸੈੱਟ ਕਰਾਂਗੇ ਕਿ ਜਿਹੜਾ ਪੁਰਾਣਾ ਵਾਲਾ ਵਕੀਲ ਹੈ ਉਹਨੂੰ ਪ੍ਰਾਇੋਰਟੀ ਮਿਲੇ, ਕਿ ਉਹਨਾਂ ਦਾ ਵੱਖਰਾ ਲਾਟ ਬਣੇ, ਕੁਝ ਨਏ ਬੱਚਿਆਂ ਦੇ ਲਈ ਵੀ ਹੋ। ਸਾਰਿਆਂ ਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ। ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਐਪਲੀਕੇਸ਼ਨ ਦਿੱਤਾ ਤਾਂ ਮੈਨੂੰ ਹੀ ਦਿਓ। ਜੀ ਉਹਨਾਂ ਦਾ ਇੱਕ ਇਹ ਵੀ ਕਹਿਣਾ ਕਿ ਅਸੀਂ ਇਹਨਾਂ ਤੋਂ ਡੀਸੀ ਸਾਹਿਬ ਤੋਂ ਟਾਈਮ ਮੰਗਿਆ ਸੀ ਵੀ ਡੀਸੀ ਸਾਹਿਬ ਸਾਨੂੰ ਟਾਈਮ ਦੇ ਦਿਓ, ਅਸੀਂ ਸੂਟੇਬਲ ਜਗ੍ਹਾ ਲੱਗ ਕੇ, ਹੋ ਸਕਦਾ ਕਿਸੇ ਜਗ੍ਹਾ ਦੇ ਨਾਲ ਬੰਦੇ ਨੂੰ ਐਡਜਸਟ ਕਰ ਦਈਏ ਵੀ ਤੂੰ ਇੱਥੇ ਇਹਦੇ ਨਾਲ ਬੈਠ ਜਾ, ਔਰ ਇੰਨੀ ਦੇਰ ਨੂੰ ਉਹਨਾਂ ਦੇ ਕਲਾਇੰਟਸ ਜਿਹੜੇ ਨੇ ਉਹ ਡਿਸਟਰਬ ਹੋਣਗੇ ਤਾਂ ਇੱਕ ਸਾਨੂੰ ਹਫਤਾ ਦੇ ਦਿਓ। ਇਹ ਗਲਤ ਬਾਤ ਹੈ। ਜਿਹਦੀ ਇਹ ਟੁੱਟੇ ਨੇ ਇਹਦੇ ਵਿੱਚੋਂ ਕੋਈ ਬੈਠਦਾ ਨਹੀਂ ਸੀ। ਇਹਨਾਂ ਨੇ ਖੁਦ ਮੇਰੇ ਕੋਲ ਇੱਥੇ ਆ ਕੇ ਮੰਨੀ ਇਹ ਗੱਲ
ਕਿ ਉਹ ਵਾਲੇ ਜਿਹੜੇ ਹੈਗੇ ਉਹ ਹਾਲੇ ਬਣ ਰਹੇ ਨੇ, ਉੱਥੇ ਕੋਈ ਬੈਠਦਾ ਨਹੀਂ ਹੈ। ਇਹਨਾਂ ਨੇ ਟਾਈਮ ਸਿਰਫ ਇਸ ਕਰਕੇ ਲੈਣਾ ਸੀ ਕਿਉਂਕਿ ਇਹਨਾਂ ਦੇ ਆਪਣੇ ਇਲੈਕਸ਼ਨਸ ਚੱਲ ਰਹੇ ਹਨ, ਉਹਦੇ ਵਿੱਚ ਮੇਰਾ ਤਾਂ ਕੋਈ ਰੋਲ ਨਹੀਂ ਹੈ। ਇਹਨਾਂ ਦੇ ਆਪਣੇ ਇਲੈਕਸ਼ਨਸ ਚੱਲਦੇ ਰਹਿਣ, ਇਲੈਕਸ਼ਨ ਦੇ ਕਰਕੇ ਮੈਂ ਆਪਣੀ ਕਾਰਵਾਈ ਤਾਂ ਨਹੀਂ ਰੋਕ ਸਕਦਾ। ਇਹਦੇ ਬਾਅਦ ਵੀ ਜਿਹੜਾ ਮੈਂ ਇਹ ਇਹਨਾਂ ਨੂੰ ਕਹਿ ਰਿਹਾ ਹੈਗਾ ਕਿ ਜੇ ਇਹਨਾਂ ਦਾ ਕੋਈ ਰਾਈਟ ਬੰਦਾ ਸੀ ਤੇ ਇਹ ਉੱਥੇ ਜਾਂਦੇ। ਮੈਂ ਹੁਣ ਕਾਰਵਾਈ ਪਹਿਲਾਂ ਕੀਤੀ ਟਾਈਪਰਾਈਟਰਸ ਦੇ, ਉਹਨਾਂ ਦੇ 5 ਤੋੜ ਦਿੱਤੇ। ਹੁਣ ਜੇ ਮੈਂ ਵਕੀਲਾਂ ਦਾ ਛੱਡ ਦੇਵਾਂ, ਉਹ ਗੈਰ ਕਾਨੂੰਨੀ ਨਹੀਂ ਹੋਏਗਾ। ਕੋਈ ਇਨਸਾਫ ਦੀ ਵੀ ਤਾਂ ਗੱਲ ਹੈ। ਇੱਕ ਵਿਚਾਰਾ ਗਰੀਬ ਜਿਹਾ ਹੈਗਾ ਬੰਦਾ, ਚਲੋ ਠੀਕ ਹੈ ਗੈਰ ਕਾਨੂੰਨੀ ਕੰਮ ਉਹਨੇ ਕੀਤਾ ਹੋਇਆ ਹੈ, ਜੇ ਮੈਂ ਉਹਦੇ ਖਿਲਾਫ ਕਾਰਵਾਈ ਕਰ ਸਕਦਾ। ਜਿਹੜਾ ਸਟਰੋਂਗ ਬੰਦਾ ਹੈ, ਇੱਕ ਵਕੀਲ ਹੈਗਾ, ਜੇ ਸਟਰੋਂਗ ਬੰਦਾ ਹੈ, ਜੇ ਮੈਂ ਉਹਦੇ ਖਿਲਾਫ ਨਹੀਂ ਕਰੇਗਾ ਤਾਂ ਬੰਦੇ ਤੋਂ यही लगेगा कि जी देखो कानून तो ਇੱਕੋ ਜਿਹਾ ਹੈ ਨਹੀਂ। ਗਰੀਬ ਦੇ ਲਈ ਵੱਖਰਾ ਹੈਗਾ, ਅਮੀਰ ਦੇ ਲਈ ਵੱਖਰਾ ਹੈਗਾ। ਜਿਹੜੇ ਕਾਨੂੰਨ ਪਤਾ ਹੈ ਉਹਦੇ ਲਈ ਵੀ ਉਹਨੂੰ ਕੋਈ ਕਾਰਵਾਈ ਨਹੀਂ ਕਰ ਰਿਹਾ। ਜਿਹੜਾ ਵਿਚਾਰ ਜਿਹਨੂੰ ਕਾਨੂੰਨ ਦਾ ਵੀ ਨਹੀਂ ਪਤਾ ਸੀ, ਉਹਦੇ ਖਿਲਾਫ ਕਾਰਵਾਈ ਹੋਗੀ। ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਫੇਅਰ ਹੋਣੀ ਚਾਹੀਦੀ ਹੈਗੀ ਹੈ, ਟਰਾਂਸਪੇਰੈਂਟ ਹੋਣੀ ਚਾਹੀਦੀ ਹੈ। ਜੇ ਇੱਕ ਬੰਦੇ ਦੇ ਖਿਲਾਫ ਕਾਰਵਾਈ ਹੋਏਗੀ, ਜੇ ਦੂਜਾ ਸਟਰੋਂਗ ਹੈਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਗੀ। ਜੀ ਹੁਣ ਤੁਸੀਂ ਮੀਨਵਾਈਲ ਕੋਈ ਇਦਾਂ ਦਾ ਸਰਵੇ ਕਰਵਾਇਆ ਕਿ ਜਿਹਦੇ ਚ ਤੁਹਾਨੂੰ ਲੱਗੇ ਵੀ ਇਹ ਇੰਨੀ ਕੁ ਜਗ੍ਹਾ ਸਾਡੇ ਕੋਲ ਹੈਗੀ ਹੈ, ਉਹਦੇ ਵਿੱਚ ਅਸੀਂ ਇੰਨੇ ਲੋਕ ਜਿਹੜੇ ਐਡਜਸਟ ਕਰ ਸਕਦੇ ਹਾਂ, ਨਵੇਂ ਵੀ ਤੇ ਪੁਰਾਣੇ ਵੀ। ਬਿਕੋਜ਼ ਦੇਖੋ ਇਹਨਾਂ ਨੂੰ ਰੋਜ਼ਗਾਰ ਤਾਂ ਚਾਹੀਦਾ, ਲੋਕਾਂ ਨੇ ਅਰਜ਼ੀਆਂ ਵੀ ਲਿਖਵਾਉਣੀਆਂ ਨੇ, ਤੇ ਇਹ ਲੋਕ ਕਿੱਥੇ ਜਾਣਗੇ, ਇਹ ਲੋਕ ਕਿੱਥੋਂ ਲਿਖਵਾਉਣਗੇ? ਇੱਥੇ ਪਹਿਲਾਂ ਹੀ ਬਹੁਤ ਸਾਰੇ ਲੋਕੀ ਹੈਗੇ ਹੈ, ਜੋ ਹੈ ਨਹੀਂ ਕਿ ਇੱਥੇ ਬੰਦੇ ਨਹੀਂ ਹੈ। ਮੈਂ ਪਹਿਲਾਂ ਵੀ ਕਿਹਾ ਕਿ ਜੀ 101 ਤਾਂ ਸਾਡੇ ਅਪਰੂਵਡ ਹੈਗੇ ਆ, 50-60 ਤੋਂ ਗੈਰ ਕਾਨੂੰਨੀ ਤੌਰ 'ਤੇ ਬੈਠੇ ਹੋਏ ਨੇ। ਪਹਿਲਾਂ ਹੀ 100-150 ਬੰਦੇ ਤਾਂ ਪਹਿਲਾਂ ਹੀ ਇਹ ਕੰਮ ਕਰ ਰਹੇ ਨੇ। ਇਹਦਾ ਤਾਂ ਹੈ ਨਹੀਂ ਕਿ ਇੱਥੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਮੈਂ ਇੱਥੇ ਨੀਚੇ ਖੋਲ੍ਹਿਆ ਹੋਇਆ ਹੈ ਕਿ ਜੀ ਉੱਥੇ ਫ੍ਰੀ ਵਿੱਚ ਵੀ ਕੋਈ ਬੰਦਾ ਆ ਕੇ ਐਪਲੀਕੇਸ਼ਨ ਲੈ ਸਕਦਾ, ਲਿਖਵਾ ਸਕਦਾ। ਮੈਂ ਨੀਚੇ ਵੀ ਬਣਾਇਆ ਹੋਇਆ, 2-3 ਬੰਦੇ ਉੱਥੇ ਵੀ ਲਵਾਏ ਹੋਏ ਨੇ, ਉੱਥੇ ਵੀ ਜ਼ਿਆਦਾ ਲੋਕ ਆਉਂਦੇ ਨਹੀਂ ਹੈ। ਇਹਦਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਆ ਲੋਕਾਂ ਨੂੰ। ਹਾਂ, ਜਿੱਦਾਂ ਤੁਸੀਂ ਬਾਕੀ ਕਹਿ ਰਹੇ ਹੋ ਕਿ ਜੀ ਠੀਕ ਹੈ, ਜੇ ਉੱਥੇ ਕੋਈ ਥਾਂ ਲੱਭਦੀ ਹੈ, ਬਟ ਪਹਿਲਾਂ ਆਪਾਂ ਉਹ ਦੇਖੀਏ ਜਿਹੜੇ ਬੰਦੇ ਪਹਿਲੇ ਬੈਠੇ ਹੋਏ ਆ ਉਹਨਾਂ ਦਾ ਕੁਝ ਫੈਸਲਾ ਹੋ, ਤਾਂ ਮੈਨੂੰ ਪਤਾ ਲੱਗੂ ਕਿ ਕਿੰਨੇ ਮੇਰੇ ਕੋਲ ਹੋਰ ਥਾਂ ਹੋ ਸਕਦੀ ਹੈ ਜੋ ਮੈਂ ਇਹਨਾਂ ਨੂੰ ਅਲਾਟ ਕਰ ਸਕਦਾ, ਜਿੰਨਾ ਵੀ ਹੈਗੇ। ਜੀ ਇਹਦੇ ਤੇ ਕਿੰਨਾ ਕੁ ਟਾਈਮ ਲੱਗੇਗਾ ਵੀ ਜਿੱਥੇ ਪਤਾ ਲੱਗੇਗਾ ਵੀ ਇੰਨੀ ਥਾਂ ਸਾਡੇ ਕੋਲ ਹੈਗੀ ਤੇ ਇੰਨੇ ਬੰਦਿਆਂ ਨੂੰ ਅਸੀਂ ਐਡਜਸਟ ਕਰਨਾ ਹੈ? ਦੀਵਾਲੀ ਤੋਂ ਬਾਅਦ ਆਪਾਂ ਪਹਿਲਾਂ ਜਿਹੜੇ ਪੁਰਾਣੇ ਹੈ 15 ਤੋਂ 15-20 ਦਿਨਾਂ ਵਿੱਚ ਆਪਾਂ ਜਿਹੜੇ ਪੁਰਾਣੇ ਬੰਦੇ ਹੈ ਉਹਦਾ ਕੋਈ ਫੈਸਲਾ ਕਰ ਲਵਾਂਗੇ। ਉਹਦੇ ਬਾਅਦ ਫਿਰ 15-1 ਦਿਨਾਂ ਵਿੱਚ ਆਪਾਂ ਪਲਾਨ ਬਣਾ ਕੇ ਇਹਦੀ ਕੋਈ ਕਾਰਵਾਈ ਕਰਾਂਗੇ। ਜੀ ਉਹ ਲੋਕ ਵਕੀਲ ਸਾਹਿਬ ਹਲੇ ਵੀ ਧਰਨੇ ਤੇ ਬੈਠੇ ਆ, ਉਹਨਾਂ ਦੀ ਡਿਮਾਂਡ ਇਹ ਹੈ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਕਾਈਂਡਲੀ ਉਹਨਾਂ ਨੂੰ ਹਰਜਾਨਾ ਦਵਾਇਆ ਜਾਵੇ। ਗੈਰ ਕਾਨੂੰਨੀ ਚੀਜ਼ ਦੀ ਕੋਈ ਕੰਪਨਸੇਸ਼ਨ ਨਹੀਂ ਹੁੰਦੀ। ਇਹ ਗੈਰ ਕਾਨੂੰਨੀ ਸੀਗਾ ਤੇ ਸਰਕਾਰੀ ਜ਼ਮੀਨ 'ਤੇ ਕੋਈ ਵੀ ਬੰਦਾ ਹੋਗਾ, ਉਹ ਤਾਂ ਬੇਸਿਕਲੀ ਤਾਂ ਸਾਨੂੰ ਇਹਨਾਂ ਤੋਂ ਕੰਪਨਸੇਸ਼ਨ ਲੈਣਾ ਚਾਹੀਦਾ ਕਿ ਜੀ ਇਹ ਗੈਰ ਕਾਨੂੰਨੀ ਤੌਰ 'ਤੇ ਇਹਨਾਂ ਨੇ ਕਿਸ ਤਰੀਕੇ ਬਣਾਈ ਤੇ ਇਹਦਾ ਯੂਜ਼ ਜਿਹੜਾ ਕੀਤਾ ਹੈਗਾ ਉਹਦਾ ਪੈਸਾ ਇਹਨਾਂ ਨੂੰ ਜਮ੍ਹਾਂ ਕਰਾਉਣਾ ਚਾਹੀਦਾ। ਮੰਨ ਲੈਂਦੇ ਵੀ ਸਾਰੀਆਂ ਗੈਰ ਕਾਨੂੰਨੀ ਸੀ, ਪਰ ਸਪੋਜ਼ ਕਿਸੇ ਕੋਲ ਕੋਈ ਰਿਟਨ ਦੇ ਵਿੱਚ ਹੋਵੇ ਕਿ ਤੁਹਾਨੂੰ ਆਹ ਜਗ੍ਹਾ ਅਲਾਟ ਕੀਤੀ ਗਈ ਹੈ, ਉਹਨੂੰ ਨਕਸ਼ਾ ਨਾ ਦੱਸਿਆ ਗਿਆ ਹੋਵੇ ਵੀ ਤੁਸੀਂ ਇੱਥੇ ਕਰਨਾ ਹੈ, ਫਿਰ ਕੀ ਹੋਏਗਾ? ਉਹਨੂੰ ਪੁੱਛਣਾ ਚਾਹੀਦਾ ਸੀਗਾ ਕਿ ਮੈਂ ਕਿੱਥੇ ਕਰ ਸਕਦਾ। ਜੇ ਉਹਨਾਂ ਨੂੰ ਨਹੀਂ ਦੱਸਿਆ ਸੀਗਾ ਕਿ ਕਿੱਥੇ ਬਣਾਉਣਾ ਹੈ, ਉਹਨੂੰ ਐਸਡੀਐਮ ਮੈਡਮ ਕੇ ਪਾਸ ਆ ਕੇ ਐਪਲੀਕੇਸ਼ਨ ਦੇਣੀ ਚਾਹੀਦੀ ਸੀ, ਮੈਨੂੰ ਅਲਾਟਮੈਂਟ ਹੋ ਗਈ ਹੈ, ਮੈਨੂੰ ਥਾਂ ਦਿਖਾਓ। ਉਹ ਕਿਤੇ ਵੀ ਤਾਂ ਨਹੀਂ, ਉਹ ਸੜਕ 'ਤੇ ਵੀ ਬਣਾ ਦੂਗਾ ਕਿ ਇਹ ਵੀ ਸਰਕਾਰੀ ਜਗ੍ਹਾ ਹੈ, ਮੈਂ ਇੱਥੇ ਵੀ ਬਣਾ ਦੇਣਾ। ਫਿਰ ਨਹੀਂ, ਇੱਕ ਪਾਸੇ ਆਪਾਂ ਕਹਿੰਦੇ ਵੀ ਨਕਸ਼ਾ ਜਿਹੜਾ ਸੀਗਾ ਪ੍ਰੋਪਰ ਨਕਸ਼ੇ ਦੇ ਵਿੱਚ ਆਪਾਂ ਦਿੱਤਾ। ਸਰ ਮੇਰੀ ਗੱਲ ਸੁਣੇ, ਪਹਿਲਾਂ ਮੈਂ ਇਹ ਕਿਹਾ ਕਿ ਜਿਸ ਬੰਦੇ ਨੇ ਐਪਲੀਕੇਸ਼ਨ ਦਿੱਤੀ ਸੀ, ਕੋਈ ਵੀ ਜਿਹੜਾ ਪੂਰਾ ਉੱਥੇ ਬੈਠਾ ਹੋਇਆ ਸੀ, ਉਹਦਾ ਆਪਾਂ ਵਿਜ਼ਿਟ ਕਰਕੇ ਦਿਖਾਈਏ ਕਿ ਇਹ ਤੁਹਾਡੀ ਜਗ੍ਹਾ ਇੱਥੇ ਤੁਸੀਂ ਬੈਠੇ ਹੋਏ ਹੋ, ਉਹਦਾ ਨੋਟ ਕਰਕੇ ਉਹਦੇ ਬੇਸਿਸ ਤੇ ਨੰਬਰਿੰਗ ਦੇ ਬੇਸਿਸ ਤੇ ਚੱਲਿਆ ਹੋਇਆ ਹੈ। ਉਹਨੂੰ ਪਤਾ ਹੈਗਾ ਮੈਂ ਕਿੱਥੇ ਬੈਠਿਆ ਸੀਗਾ। ਹੁਣ ਉਹ ਦੂਜੀ ਥਾਂ 'ਤੇ ਜਾਊਗਾ ਔਰ ਦੁਬਾਰਾ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਰੂਗਾ, ਉਹ ਤਾਂ ਆਪਾਂ ਰੋਕਣਾ ਹੀ ਹੈਗਾ। ਅੱਛਾ, ਇੱਕ ਹੋਰ ਲਾਸਟ ਸਵਾਲ, ਜਦੋਂ ਇਹ ਸਾਰਾ ਕੁਝ ਪੈ ਗਿਆ, ਬਿਲਕੁਲ ਤਹਿਸੀਲ ਹੈ ਜਿਹੜੀ ਡੀਸੀ ਆਫਿਸ ਦੇ ਬਿਲਕੁਲ ਨਾਲ ਹੀ ਹੈ, ਸਾਰੇ ਅਫਸਰ ਇੱਥੇ ਹੀ ਰਹਿੰਦੇ ਨੇ ਨੇੜੇ ਤੇੜੇ, ਜਦੋਂ ਸਾਰਾ ਕੁਝ ਪੈ ਗਿਆ ਉਦੋਂ ਬਾਅਦ ਢਾਣ ਦੀ ਕੀ ਲੋੜ? ਵੀ ਪਹਿਲਾਂ ਜਦੋਂ ਹਲੇ ਸਟਾਰਟ ਹੀ ਸੀ ਉਦੋਂ ਵੀ ਰੋਕਿਆ ਜਾ ਸਕਦਾ ਸੀ। ਤੁਹਾਨੂੰ ਕੀ ਲੱਗਦਾ ਕਿ ਮੈਂ 24 ਘੰਟੇ ਉੱਥੇ ਮੇਰਾ ਅਫਸਰ ਜਿਹੜਾ ਹੈਗਾ ਉਹ ਖੜਾ ਰਹੂਗਾ? ਇਹ ਪਰਮਿਸ਼ਨ ਹੀ ਮੇਰੇ ਕੋਲ ਵੀ ਜਿਹੜੀ ਇਹ ਨਿਊਜ਼ ਇਹ ਇਨਫੋਰਮੇਸ਼ਨ ਮਿਲੀ ਸੀ, ਉਹ ਇੱਕ ਮੀਡੀਆ ਵਾਲੇ ਨੇ ਮੈਨੂੰ WhatsApp ਕੀਤੀ ਕਿ ਜੀ ਇਸ ਤਰੀਕੇ ਨਾਲ वहाँ पे ਕੰਸਟਰਕਸ਼ਨ ਹੋ ਰਹੀ ਹੈ। ਉਹਦੇ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾਗਾ ਕਿ ਇੱਕ ਵਾਰੀ ਚੈੱਕ ਕਰੋ ਕਿ ਪਿਛਲੇ 1 ਮਹੀਨੇ ਮੈਂ ਰਾਤੀ ਤੋਂ ਬਣਾਉਂਦੇ ਨੇ, ਸੈਟਰਡੇ ਨੂੰ ਆਉਂਦੇ, ਮੈਂ ਫਰਾਈਡੇ ਛੁੱਟੀ ਹੁੰਦੀ ਹੈ, ਸੈਟਰਡੇ ਔਰ ਸੰਡੇ ਵਿੱਚ 2 ਦਿਨਾਂ ਵਿੱਚ ਇਹਨਾਂ ਦਾ ਬੂਥ ਖੜਾ ਹੋ ਜਾਂਦਾ ਹੈ। ਹੁਣ ਸਾਨੂੰ ਪਤਾ ਵੀ ਨਹੀਂ ਲੱਗਦਾ ਉਸ ਟਾਈਮ ਤੇ। ਬਣਿਆ ਵੀ ਬਹੁਤ ਏਰੀਆ ਵੀ ਵੱਡਾ ਹੈਗਾ, ਤੁਹਾਨੂੰ ਵੀ ਪਤਾ ਹੈਗਾ। ਤਾਂ ਹੁਣ 24 ਘੰਟੇ ਤਾਂ ਉੱਥੇ ਆਪਾਂ ਬੈਠ ਨਹੀਂ ਸਕਦੇ। ਪਹਿਲਾਂ 144 ਦਾ ਆਰਡਰ ਵੀ ਸੀਗਾ ਉੱਥੇ, ਫਿਰ ਵੀ ਇਹ ਕਰਦੇ ਰਹੇ ਆ। ਜਿਸ ਬੰਦੇ ਨੇ ਗੈਰ ਕਾਨੂੰਨੀ ਕੰਮ ਕਰਨਾ ਹੈ ਉਹਨਾਂ ਤੋਂ ਇੱਕ ਸਮਾਂ ਚਾਹੀਦਾ ਹੁੰਦਾ। ਅਫਸਰ ਤਾਂ 24 ਘੰਟੇ ਉੱਥੇ ਬੈਠ ਨਹੀਂ ਸਕਦਾ, ਬਟ ਜਦ ਵੀ ਪਤਾ ਲੱਗੂਗਾ ਆਪਾਂ ਉਹਦੇ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ। ਜੀ, ਇਹ ਆਪਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕੀਤੀ, ਉਹਨਾਂ ਨੇ ਇਹ ਸਾਰੀ ਜਿਹੜੀ ਗੱਲ ਦੱਸੀ ਹੈ ਕਿ ਇਹ ਗੈਰ ਕਾਨੂੰਨੀ ਤੌਰ ਨਾਲ ਇਹ ਜਿਹੜੇ ਇਹਨਾਂ ਨੇ ਆਪਣੀ ਜਗ੍ਹਾ ਸੀਗੀ ਉਹਦੇ ਉੱਤੇ ਆਪਣੇ ਚੈਂਬਰਸ ਕਹਿ ਲਈਏ ਬਣਾਏ, ਤੇ ਗੈਰ ਕਾਨੂੰਨੀ ਕੰਮ ਕੋਈ ਵੀ ਡੀਸੀ ਸਾਹਿਬ ਕਹਿੰਦੇ ਨੇ ਇੱਥੇ ਕਰਨ ਨਹੀਂ ਦਿੱਤਾ ਜਾਏਗਾ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।